ਵਾਹਿਗੁਰੂ ਮਨ ਪਰਮ ਗੁਰੂ ਸੁਖ ਸਾਗਰ ਗੁਰਤ ਨਿਵਾਰਨ ਸਬਦ ਸਰੇ ਵਾਵੈ ਗੰਭੀਰ ਧੀਰ ਨਤ ਸਾਗਰ ਯੋਗੀ ਜਨਮ ਧਿਆਨ ਕਰਹਿ ਵਾਵੈ ਅੰਗਰਾਜ ਭਗਤ ਪ੍ਰਹਲਾਦ ਕੇ ਆਤਮ ਰਸ ਜਿਨ ਜਾਣਿਓ ਕਉ ਕੋਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਨਿਰਮਾਣੋ ਤੁਮਰੀ ਮਹਿਮਾ ਅਪਰਿ ਅਪਾਰ ਜਾ ਕਰ ਹੋਇ ਕਿਨਹੁ ਪਾਰ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਵਾਜਾ ਹਮ ਬੁੱਧ ਪ੍ਰੋ ਤੁਝ ਹਮਾਰੀ ਧਰਮ ਸਖੈ ਦੇਵਾਂ ਜੋ ਦੁਆਰੀ ਹਮ ਨ ਸਗਤ ਕਰ ਸਿਵਤ ਤੁਮਾਰੀ ਆਪ ਦੇਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰੂ ਸੇਵੀਐ ਤਿਸ ਸਹਿਜ ਸੁਹਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੀਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਪੰਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਪੰਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ ਰੰਗ ਸਭੇ ਨਾਰਾਇਣ ਜਿਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਧਨ ਆਪਣ ਲਿਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦਾ ਸਦਕਾ ਨਿਤ ਦੇ ਬਣੇ ਹੋਏ ਨਿਯਮ ਅਨੁਸਾਰ ਆਪ ਸਾਰੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਵੀ ਸੁਸ਼ੋਭਿਤ ਹੋ ਔਰ ਦੂਰ ਦਰਾਡੇ ਟੀਵੀ ਦੇ ਮਾਧਿਅਮ ਰਾਹੀਂ ATM ਚੈਨਲ ਰਾਹੀਂ ਬੇਗਿਣਤ ਗੁਰੂ ਪਿਆਰ ਵਿੱਚ ਸੰਗਤਾਂ ਇਸ ਵੇਲੇ ਬੈਠੀਆਂ ਗੁਰੂ ਘਰ ਵਿਖੇ ਜੋ ਕਥਾ ਕੀਰਤਨ ਸੁਖਦਾਈ ਦਾ ਆਨੰਦ ਬਣਿਆ ਉਸ ਦਾ ਆਨੰਦ ਮਾਣ ਰਹੇ ਹਨ। ਬੇਨਤੀ ਹੈ ਵੀ ਅੱਜ ਸੰਗਰਾਂਦ ਦਾ ਦਿਹਾੜਾ ਹੈ। ਇਹ ਸਮਾਂ ਜਿਹੜਾ ਹੈ ਬੜਾ ਸੀਮਤ ਹੈ, 5-7 ਮਿੰਟ ਲੱਗ ਚੁੱਕੇ ਹੈ। 6:30 ਵਜੇ ਤੱਕ ਕਥਾ ਦਾ ਸਮਾਂ ਹੈ, ਕਿਉਂਕਿ ਅੱਜ ਸੰਗਰਾਂਦ ਵਾਲੇ ਦਿਨ ਸੰਗਤੀ ਰੂਪ ਦੇ ਅੰਦਰ ਸੁਖਮਨੀ ਸਾਹਿਬ ਵੀ ਹੋਣੇ ਆ। ਇਸ ਲਈ ਮਹੀਨੇ ਦੀ ਵਿਚਾਰ ਸੰਖੇਪ ਤੋਂ ਸੰਖੇਪ ਅੱਖਰਾਂ ਵਿੱਚ ਦਾਸ ਬੇਨਤੀ ਕਰਨ ਲੱਗਾ ਹੈ। ਭਾਵੇਂ ਜਦੋਂ ਬਹੁਤ ਸੰਖੇਪ ਕਰਨਾ ਹੋਵੇ, ਬਹੁਤ ਜ਼ਰੂਰੀ ਚੀਜ਼ਾਂ ਰਹਿ ਜਾਂਦੀਆਂ, ਸਮੇਂ ਦੀ ਘਾਟ ਨਾਲ ਉਹ ਛੱਡਣੀਆਂ ਪੈਂਦੀਆਂ ਮਜ਼ਦੂਰੀ। ਤੋ ਆਓ ਥੋੜ੍ਹੇ ਸਮੇਂ ਵਿੱਚ ਆਪਾਂ ਸ਼ਬਦ ਦਾ ਆਨੰਦ ਮਾਣੀਏ। ਦੋ ਗੱਲਾਂ ਇਕੱਠੀਆਂ ਹੋ ਨਹੀਂ ਸੀ ਸਕਣੀਆਂ ਵੀ ਲੜੀਵਾਰ ਕਥਾ ਇਤਿਹਾਸ ਦੀ ਵੀ ਹੋ ਜਾਂਦੀ
ਇਹ ਮਹੀਨੇ ਦੀ ਵੀ ਇਸ ਕਰਕੇ ਅੱਜ ਆਪਾਂ ਇਕੱਲੇ ਮਹੀਨੇ ਦੀ ਕਥਾ ਦਾ ਹੀ ਆਨੰਦ ਮਾਣਿਆ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਅੰਮ੍ਰਿਤ ਸਰੂਪ ਵਿੱਚ 2 12ਮਾਹੇ ਹਨ। ਇੱਕ 12ਮਾਹਾ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਤੁਖਾਰੀ ਰਾਗ, ਇੱਕ 12ਮਾਹਾ ਗੁਰੂ ਅਰਜਨ ਸਾਹਿਬ ਜੀ ਦਾ ਮਾਧ ਰਾਗ ਵਿੱਚ ਉਚਾਰਨ ਕੀਤਾ। ਤੁਖਾਰੀ ਰਾਗ ਵਾਲੇ 12ਮਾਹੇ ਨੂੰ ਮੂਲ ਸਮਝਣਾ ਔਰ ਜੋ ਮਾਧ ਰਾਗ ਵਾਲਾ ਹੈ ਇਹ ਉਸੇ ਦਾ ਟੀਕਾ ਸੁਣ, ਉਹਦਾ ਸਰਲ ਰੂਪ। ਸਿਧਾਂਤ ਤੌਰ ਤੇ 12ਮਾਹਿਆਂ ਦਾ ਫਰਕ ਨਹੀਂ ਹੈ, ਦੋਨਾਂ ਦਾ ਸੁਮੇਲ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕਹਿਣ ਤੋਂ ਕਿ ਉਹ ਬਾਣੀ ਗੁਪਤਾ ਅਲੰਕਾਰ ਉਹਦੇ ਵਿੱਚ ਭਾਸ਼ਾ ਕਠਨ ਵਰਤੀ ਹੋਈ ਹੈ ਕਿ ਸੰਗਰਾਂਦ ਦੇ ਦਿਹਾੜੇ ਦੀ ਮਹਾਰਾਜ ਸਾਹਿਬ ਜੀ ਨੇ ਚੇਤਰ ਦੀ ਸੰਗਰਾਂਦ ਨੂੰ ਸਾਰਾ 12ਮਾਹਾ ਉਚਾਰਨ ਕੀਤਾ ਸੀ। ਉਸ ਵੇਲੇ ਮਰਿਆਦਾ ਬਣੀ ਦੇਵ ਗੁਰੂ ਦੀ ਹਜ਼ੂਰੀ ਵਿੱਚ ਆਉਣ ਤੋਂ 12ਮਾਹੇ ਦਾ ਸੰਪੂਰਨ ਪਾਠ ਫਿਰ ਉਸ ਮਹੀਨੇ ਦੀ ਵਿਚਾਰ ਗੁਰੂ ਕਾਲ ਤੋਂ ਚਲੀ ਆ ਰਹੀ ਹੈ ਪਰੰਪਰਾ ਅਨੁਸਾਰ। ਸੋ ਆਓ 12ਮਾਹਾ ਤੁਖਾਰੀ ਜਿਹੜਾ ਹੈ ਉਹਦੇ ਵਿੱਚ ਮਾਹੋ ਜੇਠ ਭਲਾ ਪ੍ਰੀਤਮ ਕਿਉਂ ਵਿਸਰੈ, ਥਲ ਤਾਪੈ ਸਰਬਾਰ ਸਾਤਨ ਬਿਨੁ ਕਰੈ। ਤਨ ਬਿਨੁ ਕਰੈਂਦੀ ਗੁਣ ਸਹਿਰੇਦੀ ਗੁਣ ਸਾਰੀ ਪ੍ਰਭਾਵਾਂ, ਸਾਚੇ ਮਹਿਲ ਰਹਿ ਵੈਰਾਗੀ ਆਵਣ ਵੇਤਾ ਆਵਾਂ। ਨਿਮਾਣੀ ਨਿਕਾਣੀ ਹਰ ਵਣ ਕਿਉਂ ਪਾਵੈ ਸੁਖਮਾਲੀ, ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗਏ। ਇਹ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ। ਹੁਣ ਇਸੇ ਦਾ ਅਨੁਵਾਦ ਕਰਦੇ ਨੇ ਗੁਰੂ ਅਰਜਨ ਦੇਵ ਜੀ। ਸੰਪੂਰਨ 12ਮਾਹੇ ਵਿੱਚ 6 ਭਾਵ ਗੁੰਥਨ ਕੀਤੇ ਹੋਏ। ਇਹਨੂੰ 12ਮਾਹੇ ਨੂੰ ਸਮਝਣਾ ਹੋਵੇ ਵੀ 12ਮਾਹੇ ਦਾ ਸਾਰ ਅੰਸ਼ ਜਿਹੜਾ ਹੈ ਉਹ 6 ਭਾਵਾਂ ਦੇ ਵਿੱਚ ਵੰਡਿਆ ਹੋਇਆ। ਪਹਿਲਾ ਪੱਖ ਹੈ ਇਸਦਾ ਉਪਦੇਸ਼ ਆਤਮਕ ਭਾਵ। ਉਪਦੇਸ਼ ਆਤਮਕ ਭਾਵ ਦੇ ਵਿੱਚ ਹੈ ਚੇਤ ਗੋਬਿੰਦ ਆਰਾਧਿਐ ਹੋਵੇ ਆਨੰਦ ਕਣਾ। ਇਹ ਉਪਦੇਸ਼ ਆਤਮਕ ਭਾਵ ਹੈ। ਕਿ ਦੂਸਰਾ ਹੈ ਪ੍ਰੇਮ ਆਤਮਕ ਭਾਵ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀ ਹਰ ਜਾਏ। ਪ੍ਰੇਮ ਆਤਮਕ ਭਾਵ ਹੈ। ਤੀਸਰਾ ਇਸ ਦੇ ਵਿੱਚ ਵਿਯੋਗ ਆਤਮਕ ਭਾਵ ਵੀ ਹੈ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਕਿ ਸੰਯੋਗ ਆਤਮਕ ਭਾਵ ਵੀ ਹੈ ਇਸ ਦੇ ਵਿੱਚ। ਬਰ ਪਾਇਆ ਹਰ ਰਾਏ ਆਦਿ ਕੇ ਬਚਨ ਹਨ, ਇਚ ਪੁੰਨੀ ਬੜ ਭਾਗਣੀ ਵਰ ਪਾਇਆ। ਫਿਰ ਇਹਦੇ ਹਲੀਮੀ ਆਤਮਕ ਭਾਵ ਵੀ ਗੁੰਥਨ ਕੀਤਾ ਹੈ। ਹਲੀਮੀ ਆਤਮਕ ਭਾਵ ਦੇ ਵਿੱਚ ਆਪ ਜੀ ਸਤਿਗੁਰਾਂ ਦਾ ਪਾਵਨ ਵਚਨ ਪੜੋਗੇ, ਮਾਗ ਮੰਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ ਹਲੀਮੀ ਆਤਮਕ ਭਾਵ। ਛੇਵਾਂ ਹੈ ਆਨੰਦ ਆਤਮਕ ਭਾਵ, ਫਲਗੁਣ ਆਨੰਦ ਅਪਾਰ ਜਿਨਾ ਹਰ ਸੱਜਣ ਪ੍ਰਗਟਿਆ। ਇਹ 6 ਭਾਵਾਂ 'ਚ ਵੰਡਿਆ ਹੋਇਆ ਹੈ। ਸੰਗਰਾਂਦ ਨੂੰ ਸਾਧ ਸੰਗਤ ਪੁਰਬਾਂ ਦਾ ਸਮਾਂ ਮੰਨਿਆ ਪੁਰਾਣਿਕ ਕਥਾਵਾਂ ਦੇ ਅੰਦਰ, ਤੇ ਸੂਰਜ ਦਾ ਦਿਨ ਮੰਨਿਆ ਸੀ ਸਾਡੇ ਹਿੰਦੂ ਭਰਾਵਾਂ ਨੇ। ਉਹ ਸੰਗਰਾਂਦ ਵਾਲੇ ਦਿਨ ਸੂਰਜ ਦੀ ਪੂਜਾ ਕਰਦੇ। ਗੁਰੂ ਸਾਹਿਬ ਜੀ ਨੇ ਕਰਤਮ ਪੂਜਾ ਛਡਾ ਕੇ ਕਰਤੇ ਦੀ ਪੂਜਾ ਆਰੰਭ ਕੀਤੀ। ਦਿਨ ਨਹੀਂ ਬਦਲਿਆ, ਪੂਜਾ ਬਦਲੀ। ਉਹ ਪ੍ਰਕਿਰਤੀ ਦੇ ਚਾਨਣੀ ਦੀ ਪੂਜਾ ਕਰਦੇ, ਸੂਰਜ ਦੀ। ਤੇ ਗੁਰੂ ਸਾਹਿਬ ਨੇ ਕਿਹਾ ਗੁਰਬਾਣੀ ਇਸ ਜਗ ਮੈਂ ਚਾਨਣ, ਤੁਸੀਂ ਇਹਦੀ ਪੂਜਾ। ਤੇ ਅੱਜ ਸੂਰਜ ਨਵੀਂ ਰਾਸ ਵਿੱਚ ਪ੍ਰਵੇਸ਼ ਹੋ ਗਿਆ। ਇਹਦੇ ਨਾਲ 2 ਮਹੀਨਿਆਂ ਦੀ ਇੱਕ ਰੁੱਤ ਹੁੰਦੀ ਹੈ। ਚੇਤ ਔਰ ਵਿਸਾਖ ਦੀ ਸਾਂਝੀ ਰੁੱਤ ਸਮਾਪਤ ਹੋ ਗਈ। ਕੱਲ ਆਖਰੀ ਦਿਨ ਸੀ ਉਹਦਾ। ਤੇ ਅੱਜ ਜਿੱਥੇ ਮਹੀਨਾ ਸ਼ੁਰੂ ਹੋਇਆ ਉੱਥੇ ਰੁੱਤ ਵੀ ਨਵੀਂ ਸ਼ੁਰੂ ਹੋ ਗਈ ਹੈ। ਇਹਦਾ ਨਾਮ ਹੈ ਗ੍ਰੀਖਮ ਰੁੱਤ। ਗ੍ਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜਾ ਘਾਮ ਜੀ। ਧੁੱਪ ਬਹੁਤੀ ਤੇਜ਼ ਹੁੰਦੀ ਹੈ। ਤੇ ਸਤਿਗੁਰੂ ਜੀ ਕਿਰਪਾ ਕਰਨ
ਬਹੁਤੇ ਵਿਸਥਾਰ ਦੀਆਂ ਸਮਾਂ ਆਗਿਆ ਨਹੀਂ ਦੇਵੇਗਾ। ਸੰਖੇਪ ਦੇ ਅੱਖਰਾਂ ਦੇ ਵਿੱਚ ਆਪਾਂ ਅੱਜ ਦਾ ਜਿਹੜਾ ਫਰਮਾਨ ਹੈ, ਸੰਗਰਾਂਦ ਵਾਲੇ ਦਿਨ ਜੇਠ ਦੇ ਮਹੀਨੇ ਦਾ ਉਪਦੇਸ਼ ਸਤਿਗੁਰੂ ਬਖਸ਼ਦੇ ਹੈ। ਸੋ ਆਓ ਮਨ ਬਿਰਤੀ ਇਕਾਗਰ ਕਰਕੇ ਸਰਵਣ ਕਰੋ ਜੀ। ਵਾਹਿਗੁਰੂ ਜੀ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵਾਨਾ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਦੇ ਵਿੱਚ ਬੜਾ ਅੰਤਰੀ ਭਾਵ 'ਚ ਵੀ ਉਪਦੇਸ਼ ਬਖਸ਼ਿਆ। ਬਾਹਜ ਭਾਵ ਵਿੱਚ ਜੇਠ ਦਾ ਅਰਥ ਜਿਹੜਾ ਹੁੰਦਾ ਹੈ ਵੱਡਾ ਹੈ। ਘਰ ਦੇ ਵਿੱਚ ਗ੍ਰਸਤੀਆਂ ਦੇ ਸੰਤਾਨ ਪੈਦਾ ਹੁੰਦੀ ਹੈ, ਕਹਿੰਦੇ ਮੇਰਾ ਜੇਠਾ ਪੁੱਤ। ਜੇਠ ਦਾ ਮਤਲਬ ਕੀ? ਵੱਡਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਵੀ ਸਾਰਿਆਂ ਤੋਂ ਵੱਡਾ ਕੌਣ ਹੈ? ਹਰ ਜੇਠ ਵਾਹਿਗੁਰੂ ਹੈ ਸਾਰਿਆਂ ਤੋਂ ਵੱਡਾ। ਇੱਕ ਦਾ ਇਹ ਅਰਥ ਹੈ ਜੇਠ ਦਾ ਅਰਥ ਵੱਡਾ। ਵੱਡਾ ਕੌਣ ਹੈ? ਹਰੀ ਪਰਮੇਸ਼ਰ ਵਾਹਿਗੁਰੂ। ਤੇ ਉਹਨੂੰ ਹਰ ਕਿਉਂ ਕਿਹਾ ਹੈ? ਕਹਿੰਦੇ ਹਰੀ ਹਰਤੀ ਪਾਪਾਨੀ ਦੁਸ਼ਟ ਚਿੱਤਰ ਪੀਸ਼ਮਰਦਾ। ਉਹਨੂੰ ਹਰੀ ਇਸ ਕਰਕੇ ਕਹਿੰਦੇ ਨੇ ਜਿਹੜਾ ਉਹਨੂੰ ਚੇਤੇ ਕਰਦਾ ਹੈ, ਉਹਦੇ ਪਾਪਾਂ ਨੂੰ ਹਰ ਲੈਂਦਾ, ਨਾਸ ਕਰ ਦਿੰਦਾ, ਅਥਵਾ ਉਹਦੇ ਦੁੱਖਾਂ ਨੂੰ ਹਰ ਲੈਂਦਾ। ਸ੍ਰਿਸ਼ਟੀ ਨੂੰ ਹਰੇ ਭਰੇ ਕਰਨ ਕਰਕੇ ਵੀ ਉਹਦਾ ਨਾਮ ਹਰੀ ਹੈ। ਹਰ ਇੱਕ ਦੇ ਅੰਦਰ ਹੋਣ ਕਰਕੇ ਵੀ ਹਰੀ। ਉਹਦੇ ਕਾਰਨ ਹੀ ਸਾਰਿਆਂ ਵਿੱਚ ਹਰਿਆਵਲਾ ਹਨ। ਹਰ ਦੇ ਬਹੁਤ ਅਰਥ। ਸੋ ਐਸਾ ਜੋ ਪਰਮੇਸ਼ਰ ਹੈ ਉਹ ਹਰੀ ਪਰਮੇਸ਼ਰ ਪਹਿਲਾਂ ਤਾਂ ਸਮਝਣਾ ਵੀ ਜੇਠ ਕਹੀਏ ਸਾਰਿਆਂ ਤੋਂ ਵੱਡਾ, ਉਦੋਂ ਵੱਡਾ ਹੈ ਹੀ ਨਹੀਂ ਕੋਈ। ਸਭ ਤੋਂ ਵੱਡਾ ਆਪ, ਸਭ ਤੋਂ ਵੱਡਾ ਸਤਿਗੁਰ ਨਾਮ ਜਿਨ ਕਲ ਰਾਖੀ। ਆਪ ਨਾਰਾयण कलाधार जग में परवरियो, गुरु परमेश्वर विच अंतरा नहीं है। गुरु नानक साहब तो बड़े भाई अकाल पुरख का स्वरूप न। इस करके गुरु अर्जन देव जी कहते हैं हर जेठ परमेश्वर ही सब तो बड़ा है। ते फिर की करना चाहिए है? कहते जुड़न दा लोड़ीए। होर की करना है? उहदे नाल जुड़ जाओ बस। ਉਹਦੇ ਨਾਲ ਜੁੜਨਾ ਲੋੜੀਦਾ। ਉਹਦੇ ਨਾਲ ਜੁੜ ਕਰਕੇ ਹਰਸੋਂ ਜੁੜੇ ਨਾ ਵਿਆਪੈ ਕਾੜਾ, ਚੋਰਾ ਨਹੀਂ ਵਿਆਪੇ। ਜਿਸ ਆਗੇ ਸਭ ਨਿਵੰਦ, ਉਹਦੇ ਅੱਗੇ ਸਾਰੀਆਂ ਸ਼ਕਤੀਆਂ ਨਿਭਦੀਆਂ। ਦੇਵ ਸ਼ਕਤੀ, ਦੈਤ ਸ਼ਕਤੀ, ਮਨੁੱਖਾਂ ਦੀ ਸ਼ਕਤੀ, ਸਾਰੇ ਉਹਦੇ ਅੱਗੇ ਨਿਭਦੇ ਹੈ। क्योंकि वह सर्व शक्तिमान है। और ਉਹਦੇ ਕੋਲੋਂ थोड़िया थोड़िया शक्तियां लईਆਂ जिन्हां ਦੀ संसार पूजा करदा है। खंडा प्रथमे साज के जिन सब सहसारो पाया, बर्मा विष्ण महेश साज कुदरती दा खेल रचाए बनाया। कि वो परमेश्वर वाहिगुरु ने अपनी कला दे नाल, अपनी शक्ति दे नाल बिन थम्मा गगन आकाश बिना थम्मा तो खड़ा कर दिता। सिंध पर्वत मेदनी बिन थम्मा गगन रहाया, सिरजे दानो देवते तिन अंदर वाद रचाया। तैही दुर्गा साज के दैतां दा नाश करे, तैथों ही बल राम लै नाल बाणा तै सरकाया। तैथों ही बल कृष्ण कंस केसी पकड़ गया। बड़े बड़े गुण देवते कई युग तेरी तंताया, किनी तेरा अंत न पाया। ऐसा परमेश्वर है वो सारियां तो बड़ा है, जिस अगे सब निवान ओदे अगे निभदे है। ओदे कोले राम कृष्ण जी ने, ओदे कोले सास जी सारियां ने बल मंगया। साडे गुरु साहब ने कहा देही शिवा वर मोहे ते है शुभ कर्मन ते कब होना टरू। बल तो उत्थे मंगे ना। शिवा का अर्थ गलती है जेडे भाई देवी करते हैं। ते महाराज साहब जी ने तो निर्णय किया महादेव को कहत सदा शिव। कहते महादेव है, वह नाम कहन लगे उन्होंने शिव।
ਪ੍ਰਚਲਿਤ ਨਾਮ ਹੋ ਗਿਆ ਸ਼ਿਵ। ਵੈਸੇ ਸ਼ਿਵ ਮਹਾਰਾਜ ਕਹਿੰਦੇ ਅਕਾਲ ਪੁਰਖ ਦਾ ਨਾਮ ਹੈ ਜੋ ਕਲਿਆਣ ਸਰੂਪ ਹੈ। ਤੇ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਜਿਸ ਅੱਗੇ ਸਭ ਨਿਵਨ, ਉਹਦੇ ਅੱਗੇ ਸਭ ਨਿਵਦੇ ਆ। ਦੂਸਰਾ ਅਰਥ ਜੇਠ ਦਾ ਮਹੀਨਾ ਤਾਂ ਸਫਲਾ ਹੈ, ਹਰੀ ਪਰਮੇਸ਼ਰ ਦੇ ਨਾਲ ਜੁੜਨ ਦਾ ਲੋੜੀ ਹੈ। ਥੋੜੇ ਜਿਹੇ ਅਨਮੇਰੀ ਹੈ, ਜਿਸ ਵਾਹਿਗੁਰੂ ਦੇ ਅੱਗੇ ਸਾਰੇ ਨਿਵਦੇ ਆ। ਤੀਸਰਾ ਅਰਥ ਇਹਦਾ ਬਣਦਾ, ਬਸ ਇੱਕੋ ਪੰਕਤੀ ਦੇ ਤਿੰਨ ਅਰਥ ਕਰਕੇ ਕਹਾਂ ਫਿਰ ਆਪਾਂ ਸਮਾਂ ਪੂਰਾ ਕਰਦੇ ਹਾਂ। ਤੇ ਜੇਠ ਦਾ ਮਹੀਨਾ ਕਿਹੜਾ ਹੈ? ਇੱਕ ਤਾਂ ਪ੍ਰਕਿਰਤੀ ਦੇ ਵਿੱਚ ਹਰ ਇੱਕ ਸਾਲ ਤੋਂ ਬਾਅਦ ਫਿਰ ਜੇਠ ਦਾ ਮਹੀਨਾ ਆ ਜਾਣਾ। ਸੰਗਰਾਂਦ ਤੋਂ ਅੱਜ ਤੋਂ ਸ਼ੁਰੂ ਹੋ ਗਿਆ। ਇੱਕ ਜੇਠ ਦਾ ਮਹੀਨਾ ਸਾਰਿਆਂ ਦਾ ਵੱਖਰਾ ਵੱਖਰਾ ਹੈ। ਤੁਹਾਡਾ ਵੱਖਰਾ, ਮੇਰਾ ਵੱਖਰਾ, ਸਾਰੀ ਦੁਨੀਆ ਦਾ ਵੱਖਰਾ ਹੈ। ਉਹ ਕਿਹੜਾ ਹੈ? ਉਹ ਸੰਗਰਾਂਦ ਉਦਣ ਸੀ ਜਿੱਦਣ ਅਸੀਂ ਜੰਮੇ ਸੀ, ਸਾਡਾ ਸਰੀਰ ਪੈਦਾ ਹੋਇਆ ਸੀ ਨਾ। ਉਸ ਦਿਨ ਤੋਂ ਜੇਠ ਦਾ ਮਹੀਨਾ ਕੀ ਹੈ? ਸਰੀਰ। ਸਰੀਰ ਰੂਪੀ ਜੇਠ ਦਾ ਮਹੀਨਾ ਸਫਲਾ ਕਿਵੇਂ ਹੋਏਗਾ? ਹਰੀ ਪਰਮੇਸ਼ਰ ਵਾਹਿਗੁਰੂ ਨਾਲ ਜੁੜ ਕੇ। ਇਸ ਕਰਕੇ ਸਾਸੀ ਸਰੀਰ ਵੱਖਰੇ ਵੱਖਰੇ ਨੇ, ਆਪਣਾ ਆਪਣਾ ਜੇਠ ਦਾ ਮਹੀਨਾ ਸਮਝਣਾ। 12 ਮਾਹੇ ਦੇ ਅੰਦਰ ਸਾਰੇ ਹੀ 12 ਮਾਹੇ ਦੇ 12 ਮਹੀਨਿਆਂ ਦੇ ਜਿਹੜੇ ਨਾਮ ਨੇ ਉਹਨਾਂ ਦਾ ਐਕਣੇ ਅੰਤਰੀ ਅਰਥ ਮਹਾਂਪੁਰਖਾਂ ਨੇ ਕੀਤਾ ਹੋਇਆ। ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ, ਉਹਦੇ ਅੱਗੇ ਸਾਰੇ ਨਿਵਦੇ ਹਨ। ਪਰ ਸੱਜਣ ਦਾਵਣ ਲੱਗਿਆ, ਉਹ ਹਰੀ ਪਰਮੇਸ਼ਰ ਵਾਹਿਗੁਰੂ ਸੱਜਣਾ ਭਾਈ ਮਾਤਾ ਦੇ ਉਦਰ ਵਿੱਚ ਜਿਹਨੇ ਸਾਡੀ ਪ੍ਰਤਪਾਲਨਾ ਕੀਤੀ ਹੈ। ਇਹ ਉਹਦਾ ਚਿੰਤਨ ਕਰਾਂਗੇ ਤਾਂ ਉਹ ਸੱਜਣ ਇਹੋ ਜਿਹਾ ਹੈ ਤੇ ਉਹ ਕਦੇ ਸਾਥ ਨਹੀਂ ਛੱਡੂ। ਸੱਜਣ ਤੂੰ ਹੈ, ਸੈਣ ਤੂੰ ਹੈ, ਤੁਝ ਉੱਪਰ ਬਾਣ। ਹਰ ਸੱਜਣ ਦਾਵਣ ਲੱਗੇ ਆ। ਦਾਵਣ ਸ਼ਬਦ ਜਿਹੜਾ ਸਾਸ ਜੀ ਸੰਸਕ੍ਰਿਤ ਦੇ ਤਾਂ ਦਾਵਣ ਕਹਿੰਦੇ ਨੇ ਪੱਲੇ ਨੂੰ, ਦਾਮਨ ਰੱਸੀ ਨੂੰ। ਤੇ ਫਾਰਸੀ ਦੇ ਵਿੱਚ ਦਾਮਨ ਸ਼ਬਦ ਹੈ, ਅਰਥ ਇੱਕੋ ਹੀ ਆ ਦੋਨਾਂ ਦਾ, ਭਾਸ਼ਾ ਵੱਖਰੀਆਂ ਵੱਖਰੀਆਂ। ਹਰੀ ਪਰਮੇਸ਼ਰ ਵਾਹਿਗੁਰੂ ਦੇ ਲੜ ਲੱਗਿਆ ਹੋਇਆ, ਕਿਸੇ ਨਾ ਦੇਈ ਬੰਨ। ਤਾਂ ਫਿਰ ਕਿਸੇ ਪ੍ਰਕਾਰ ਵੀ ਤੈਨੂੰ ਬੰਨ ਕੇ, ਜਿਵੇਂ ਛੋਟੇ ਰਾਜੇ ਬਜ਼ੁਰਗ ਨੂੰ ਬੰਨ ਕੇ ਦੋਸ਼ੀ ਨੂੰ ਵੱਡੇ ਰਾਜਿਆਂ ਦੇ ਅੰਦਰ ਛੋਟੀਆਂ ਅਦਾਲਤਾਂ ਜਾਂ ਸਮਝੋ ਪੁਲਿਸ ਵਾਲੇ ਪਕੜ ਲੈਂਦੇ ਆ, ਫੜ ਕੇ ਉਹਨੂੰ ਬੰਨ ਕੇ ਹੱਥਕੜੀ ਲਾ ਕੇ ਅਦਾਲਤ 'ਚ ਪੇਸ਼ ਕਰ ਦਿੰਦੇ, ਬੰਨ ਕੇ ਪੇਸ਼ ਕਰ। ਤੇ ਜਮਦੂਤ ਜੀਵ ਨੂੰ ਬੰਨ ਕੇ ਧਰਮਰਾਜ ਦੇ ਅੱਗੇ ਜਾ ਕੇ ਪੇਸ਼ ਕਰਦੇ। ਪਰ ਜੇ ਤੂੰ ਵਾਹਿਗੁਰੂ ਨਾਲ ਜੁੜੇ ਭਾਈ, ਕਿਸੇ ਨਾ ਦੇ ਬੰਨ, ਤੈਨੂੰ ਕਿਸੇ ਪ੍ਰਕਾਰ ਵੀ ਜਮਦੂਤ ਦਾ ਬੰਨ ਕੇ ਨਾ ਧਰਮਰਾਜ ਦੇ ਨਹੀਂ ਦੇਣਗੇ। ਇਹ ਉਹਦੇ ਵਾਹਿਗੁਰੂ ਪਰਮੇਸ਼ਰ ਦੇ ਚਿੰਤਨ ਕਰਨ ਦਾ ਫਲ ਦੱਸਿਆ ਹੈ। ਮਾਣਕ ਮੋਤੀ ਨਾਮ ਪ੍ਰਭ, ਪਰਮੇਸ਼ਰ ਦਾ ਨਾਮ ਭਾਈ ਮਾਣਕ ਇੱਕ ਪੱਥਰ ਦਾ ਟੁਕੜਾ ਹੈ, ਬਹੁਤ ਕੀਮਤੀ ਹੈ, ਪੱਥਰਾਂ ਦੇ ਵਿੱਚ ਹੁੰਦਾ, ਗਿਰ ਗਿਰ ਮੇ ਮਾਣਕ ਨਹੀਂ। ਮੋਤੀ ਜਿਹੜਾ ਸਿੱਪ ਦੇ ਵਿੱਚ ਪੈਦਾ ਹੁੰਦਾ ਹੈ, ਇਹ ਵੀ ਬੜੀ ਕੀਮਤੀ ਚੀਜ਼ ਹੈ। ਪਰਮਾਤਮਾ ਦਾ ਨਾਮ ਸਾਈ ਨਾਮ ਅਮੋਲ ਕੀਮ ਨਾ ਕੋਈ ਜਾ। ਇਹ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਮਾਣਕ ਮੋਤੀਆਂ ਦੀ ਤਰ੍ਹਾਂ ਬਹੁਤ ਕੀਮਤੀ ਹੈ। ਉਹ ਲੱਗਾ ਨਹੀਂ ਸਨ। ਇਹ ਮੋਤੀ ਮਾਣਕ, ਇਹਨਾਂ ਨੂੰ ਚੋਰ ਚੁਰਾ ਸਕਦਾ ਹੈ, ਨੁਕਸਾਨ ਹੋ ਸਕਦਾ ਹੈ, ਪਰ ਨਾਮ ਰੂਪੀ ਜਿਹੜਾ ਮਾਣਕ ਮੋਤੀ ਨਾ, ਇਹਨੂੰ ਕੋਈ ਚੁਰਾ ਹੀ ਨਹੀਂ ਸਕਦਾ ਹੈ। ਇਹ ਨਾਲ ਜਾਏਗਾ, ਚਾਹੇ ਮਾਤ ਪਿਤਾ ਸੁਤ ਮੀਤ ਨਾ ਭਾਈ, ਮਾਨੂ ਹਾਂ ਨਾਮ ਤੇਰੇ ਸੰਸਾਰ। ਇਸ ਕਰਕੇ ਇਹ ਮਾਣਕ ਮੋਤੀਆਂ ਦੀ ਨਿਆਈ ਹਨ। ਰੰਗ ਸਭੇ ਨਾਰਾਇਣ, ਤੇ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਨਾਰਾਇਣ ਵੀ ਉਹਦਾ ਨਾਮ ਹੀ ਹੈ। ਤੇ ਨਾ ਜਮਾ ਰਾਇਣ ਜੀ ਦੇ ਅਵਿਦਿਆ ਰੂਪੀ ਰਾਤ ਨਾ ਹੋਵੇ, ਉਹਨੂੰ ਨਾਰਾਇਣ ਕਹੀਦਾ। ਰੰਗ ਸਭੇ ਨਾਰਾਇਣ। ਇਹਦੇ 'ਚ ਇੱਕ ਹੋਰ ਗੱਲ ਧਿਆਨ ਰੱਖਣ ਯੋਗ ਹੈ, ਕਈ ਵਾਰੀ ਨਾ ਗਲਤ ਪ੍ਰਯੋਗ ਕਰਦੇ ਹਾਂ ਅਸੀਂ, ਅਰਥ ਦਾ ਭਾਵ ਉਲਟਾ ਪੁਲਟਾ ਕੱਢ ਲੈਂਦੇ ਹਾਂ ਆਪਣੀ ਮੱਤ ਅਨੁਸਾਰ। ਇੱਕੋ ਭਾਈ ਹਰੇ ਰੰਗ ਦੀ ਪੱਗ ਬੰਨੀ ਫਿਰੇ, ਮੈਂ ਕਿਹਾ ਭਾਈ ਅੰਮ੍ਰਿਤਧਾਰੀ ਹੋ ਕੇ ਤੂੰ ਆ ਪੱਗ ਕਹੀ ਜੀ ਬੰਨੀ, ਕਹਿੰਦਾ ਜੀ ਰੰਗ ਸਭੇ ਨਾਰਾਇਣ। ਮੈਂ ਕਿਹਾ ਬੜਾ ਗਿਆਨੀ ਹੋ ਗਿਆ ਤੂੰ। ਇਹ ਖਾਲਸੇ ਦੇ 4 ਰੰਗ ਹੈ, ਕਹਿੰਦਾ ਜੀ ਬਾਣੀ ਤਾਂ ਪੜ੍ਹੋ, ਬਾਣੀ 'ਚ ਲਿਖਿਆ। ਕਿ ਹੁਣ ਮੈਂ ਉਹਨੂੰ ਕੀ ਕਹਾਂ, ਇਹੋ ਜਿਹੇ ਗਿਆਨਾਂ ਸੁਣੋ।
ਸਾਸੀ ਰੰਗ ਕਿਹੜਾ ਹੈ? ਰੰਗ ਸਤੋ ਗੁਣ, ਇਹ ਵੀ ਰੰਗ ਤੇਰਾ ਹੈ। ਤਮੋ ਗੁਣ, ਇਹ ਵੀ ਤੇਰਾ ਹੀ ਪੈਦਾ ਕੀਤਾ ਹੈ। ਰਜੋ ਗੁਣ, ਇਹ ਵੀ ਤੇਰਾ ਹੈ। ਜੇਤੇ ਮਨ ਕਾ ਬਣ, ਤੈਨੂੰ ਤਮੋ ਗੁਣ ਭਾ ਗਿਆ, ਪਰਸਰਾਮ ਰੂਪ ਹੋ ਕਰਕੇ ਆ ਗਿਆ। ਰਜੋਗੁਣ ਭਾ ਗਿਆ, ਕ੍ਰਿਸ਼ਨ ਰੂਪ ਹੋ ਕਰਕੇ ਆ ਗਿਆ। ਸਤਗੁਣ ਭਾ ਗਿਆ, ਰਾਮ ਰੂਪ ਹੋ ਕਰਕੇ ਆ ਗਿਆ। ਸਤਗੁਣ ਪਾਇਆ, ਗੁਰੂ ਨਾਨਕ ਸਾਹਿਬ ਸਰੂਪ ਹੋ ਕਰਕੇ ਆ ਗਿਆ। ਇਹ ਤੇਰੇ ਰੰਗ ਨਾ, ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਦੂਸਰਾ ਅਰਥ ਇਹਦਾ, ਰੰਗ ਸਾਧ ਸੰਗੀਤ ਕੰਤਰੀਵ ਅਵਸਥਾ ਹੈ ਨਾਮ ਜਪਣ ਵਾਲਿਆਂ ਦੀ। ਰੰਗ ਦਾ ਅਰਥ ਹੈ ਆਨੰਦ। ਜਿਹੜਾ ਆਨੰਦ ਵੀ ਭਾ ਗਿਆ, ਇੱਕ ਆਨੰਦ ਐਸਾ ਵੀ ਸਿਮਰਨ ਦੇ ਵਿੱਚ ਮਸਤੀ ਚੜ ਗਈ। ਮਸਤੀ ਚੜਦੇ ਇਕੱਲਾ ਹੀ ਹੱਸਦਾ ਫਿਰਦਾ ਹੈ ਸਿਮਰਨ ਦੇ ਵਿੱਚ। ਇੰਨਾ ਆਨੰਦ ਆਇਆ, ਖਿੜਖਿੜ ਕਰਕੇ ਆਦਾ ਬੰਦਾ ਕੋਈ ਵੀ ਨਹੀਂ ਕੋਲ। ਤੇ ਕਦੇ ਵਿਰਾਗ ਦੇ ਵਿੱਚ ਰੋਣ ਲੱਗ ਗਿਆ, ਕਾਰਨ ਕੋਈ ਨਹੀਂ ਦਿਸਦਾ, ਰੋ ਰਿਹਾ ਤੇ ਚੁੱਪ ਹੀ ਕਰ ਗਿਆ। ਇਹ ਵੀ ਰੰਗ ਹੈ। ਇਹਨਾਂ ਰੰਗਾਂ ਨੂੰ ਮਹਾਰਾਜ ਕਹਿੰਦੇ ਰੰਗ ਸਭੇ ਨਾਰਾਇਣੇ, ਨਾਰਾਇਣੀ ਰੰਗ ਨਾ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾ। ਇਹ ਰੰਗਾਂ ਨੂੰ ਕਿਹਾ, ਇੱਥੇ ਦੂਸਰੇ ਸਾਸੀ ਰੰਗਾਂ ਦੀ ਬਾਤ ਨਹੀਂ ਹੈ। ਰੰਗ ਸਭੇ ਨਾਰਾਇਣੇ ਜਿੱਤੇ ਮਨ, ਜਿਹੜੇ ਮਨ ਨੂੰ ਭਾਵਿਆ ਭਾਈ ਸਿਮਰਨ ਕਰਨ ਵਾਲੇ ਦੇ ਇਹੀ ਰੰਗ ਸਾਰੇ ਨਾਰਾਇਣੀ ਰੰਗ ਹਨ। ਜੋ ਹਰ ਲੋੜੇ ਸੋ ਕਰੇ, ਜੋ ਵਾਹਿਗੁਰੂ ਪਰਮੇਸ਼ਰ ਚਾਹੁੰਦਾ ਉਹੀ ਕਰਦਾ ਹੈ। ਸੋਈ ਜੀਆ ਕਰਾਨਾ, ਜੀਵ ਵੀ ਕਰਮਾਂ ਅਨੁਸਾਰ ਉਹੀ ਕੁਝ ਕਰਦੇ ਨੇ, ਕਰਮਾਂ ਦੇ ਪ੍ਰੇਰੇ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣੇ ਬਣਾ ਲਿਆ। ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਆਪਣੇ ਬਣਾ ਲਿਆ ਹੈ। ਤੇ ਉਹਨਾਂ ਨੂੰ ਕੀ ਕਹਿੰਦੇ ਹਨ? ਸਹੀ ਕਹੀਏ ਦਾ ਧਨ। ਉਹਨਾਂ ਦਾ ਭਾਈ ਧਨ ਹੀ ਕਿਹਾ ਜਾਂਦਾ ਹੈ। ਜਿਵੇਂ ਉਹ ਪ੍ਰੇਮੀ ਦੀ ਸਾਖੀ ਆਉਂਦੀ ਹੈ, ਛੋਟੀ ਜਿਹੀ, ਬਹੁਤ ਗਰੀਬ, ਕੱਖ ਵੀ ਨਹੀਂ ਆਉਂਦਾ, ਤੇ ਕਹਿਣ ਲੱਗਾ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਜਾਂਦਾ ਹਾਂ। ਕਹਿੰਦਾ ਮੈਂ ਵੀ ਕਵਿਤਾ ਸੁਣਾ ਕੇ ਇਨਾਮ ਲਿਆਉਂ। ਕਵਿਤਾ ਤਾਂ ਆਉਂਦੀ ਨਹੀਂ ਸੀ, ਪਹੁੰਚ ਗਿਆ ਅਨੰਦਪੁਰ ਸਾਹਿਬ। ਵਿਦਵਾਨਾਂ 'ਚ ਬੈਠਾ, ਸਾਰੇ ਵਿਦਵਾਨ ਦੇਖਦੇ ਕੋਈ ਨਵਾਂ ਵਿਦਵਾਨ ਆ ਗਿਆ। ਤੇ ਮਹਾਰਾਜ ਸਾਹਿਬ ਨੂੰ ਕਵੀਆਂ ਨੇ ਪੁੱਛਿਆ, ਹਜ਼ੂਰ ਕਵੀ ਦਰਬਾਰ ਸ਼ੁਰੂ ਹੋਵੇ? ਮਹਾਰਾਜ ਕਹਿੰਦੇ ਹਾਂ ਸ਼ੁਰੂ ਹੋਵੇ। ਕਹਿੰਦੇ ਜੀ ਕਿੱਥੋਂ ਸ਼ੁਰੂ ਕਰੀਏ? ਮਹਾਰਾਜ ਕਹਿੰਦੇ ਆ ਜਿਹੜਾ ਨਵਾਂ ਆਇਆ ਇੱਥੋਂ ਸ਼ੁਰੂ ਕਰ ਦੇ। ਨੀਚੋਂ ਉੱਚ ਕਰੇ ਮੇਰਾ ਗੋਬਿੰਦ। ਮਹਾਰਾਜ ਕਹਿੰਦੇ ਉੱਠ ਕੇ ਖੜਾ ਹੋਵੇ। ਉਹਨੇ ਕਿਹਾ ਵੀ ਵਾਕਈ ਬਹੁਤ ਵੱਡਾ ਵਿਦਵਾਨ ਹੋਣਾ ਜਿਹੜਾ ਇਹਦੀ ਵਾਰੀ ਆ ਗਈ। ਮਹਾਰਾਜ ਕਹਿੰਦੇ ਇਹ ਤੂੰ ਵੀ ਕਵੀ ਹੈ? ਕਹਿੰਦਾ ਨਹੀਂ ਜੀ ਮੈਂ ਤਾਂ ਕਵੀ ਨਹੀਂ ਹਾਂ। ਕਹਿੰਦੇ ਫਿਰ ਤੂੰ ਕਵੀ ਨਹੀਂ ਹੈ ਤੈਂ ਫਿਰ ਉੱਧਰ ਬੈਠਣਾ ਸੀ, ਇਹ ਕਵੀਆਂ ਵਾਸਤੇ ਜਗ੍ਹਾ ਇਹ ਨਹੀਂ ਰੱਖ। ਕਹਿੰਦਾ ਜੀ ਇੱਥੇ ਮੈਂ ਇਸ ਕਰਕੇ ਬੈਠਿਆ ਕਵਿਤਾ ਸੁਣਾਉਣੀ ਹੈ। ਤੂੰ ਕਵੀ ਨਹੀਂ ਹੈ? ਕਹਿੰਦੇ ਨਹੀਂ ਬਿਲਕੁਲ ਨਹੀਂ। ਤੇ ਕਵਿਤਾ ਸੁਣਾਉਣੀ ਹੈ? ਕਹਿੰਦੇ ਜੀ ਬਿਲਕੁਲ ਸੁਣਾਉਣੀ ਹੈ। ਮਹਾਰਾਜ ਕਹਿੰਦੇ ਫਿਰ ਤੇ ਤੂੰ ਸ਼ੁਰੂ ਕਰਦੇ ਆ, ਸੁਣਾ ਕਵਿਤਾ। ਮਹਾਰਾਜ ਸਾਹਿਬ ਦੇ ਚਿਹਰੇ ਵੱਲੋਂ ਦੇਖਦਾ ਦੇਖਦਾ ਇੰਨਾ ਮਸਤ ਹੋ ਗਿਆ। ਮਹਾਰਾਜ ਕਹਿੰਦੇ ਉਹ ਬੋਲ ਵੀ, ਕਹਿੰਦਾ ਬੋਲਾਂ ਕੀ ਤੁਹਾਡਾ ਦਰਸ਼ਨ ਕਰਦੇ ਕਵਿਤਾ ਭੁੱਲ ਗਈ। ਕਹਿੰਦਾ ਆਉਂਦੀ ਨਹੀਂ ਸੀ ਵਿਚਾਰੇ ਨੂੰ, ਉਹ ਤਾਂ ਵਕਤ ਪਾ ਰਿਹਾ ਸੀ। ਕਵੀ ਕਹਿੰਦੇ ਦੇਖੋ ਜੀ ਸਮਾਂ ਬਰਬਾਦ ਕਰ ਰਿਹਾ। ਮਹਾਰਾਜ ਕਹਿੰਦੇ ਤੁਸੀਂ ਨਾ ਵਿੱਚ ਆਓ। ਕਹਿੰਦੇ ਵੀ ਯਾਦ ਕਰ ਲੈ। ਕਹਿੰਦਾ ਜੀ ਆ ਗਈ ਆ। ਕਹਿੰਦਾ ਤੂੰ ਗਰੀਬ ਕੋ ਨਿਵਾਜ ਮੈਂ ਗਰੀਬ ਤੇਰੋ, ਤੂੰ ਗਰੀਬ ਕੋ ਨਿਵਾਜ, ਤੂੰ ਗਰੀਬ ਕੋ ਨਿਵਾਜ। ਦੋ ਮੈਂ ਕਹਿੰਦੇ ਗਾਂ ਵੀ ਕਹਿੰਦਾ ਬਸ ਗਾਂ ਕੀ ਕਹਿਣਾ, ਮੈਂ ਗਰੀਬ ਤੇਰੋ। ਇਹ ਤਾਂ ਹਾਲੇ ਮੈਂ ਕਿਹਾ ਵੀ ਮੈਂ ਤੇਰੇ ਦਰ ਦਾ ਗਰੀਬ ਹੈ, ਬਸ ਇੱਕ ਵਾਰ ਇਤਨਾ ਕਹਿ ਦੋ ਕਿ ਤੂੰ ਗਰੀਬ ਮੇਰੋ। ਅਜੇ ਤਾਂ ਅਸੀਂ ਕਹਿੰਦੇ ਵੀ ਤੇਰੇ ਸਿੱਖ ਹਾਂ, ਜਿੱਦਣ ਗੁਰੂ ਨੇ ਕਹਿਤਾ ਗੱਲ ਬਣ ਜਾਏਗੀ। ਮਹਾਰਾਜ ਨੇ ਘੁੱਟ ਕੇ ਛਾਤੀ ਨਾਲ, ਜੋ ਪ੍ਰਭ ਕੀਤੇ ਆਪਣੇ ਸਹੀ ਕਹੀਆ ਧਨ। ਉਹਨਾਂ ਤੋਂ ਧਨ ਹੀ ਕਹੀਦਾ ਜਿਹਨਾਂ ਵਾਹਿਗੁਰੂ ਆਪਣੇ ਬਣਾ ਲਵੇ। ਆਪਣ ਲਿਆ ਜੇ ਮਿਲੇ, ਜੇ ਆਪਣੇ ਲਏ ਹੋਏ ਪਦਾਰਥ ਮਿਲ ਜਾਣ ਭਾਈ ਤਾਂ ਫਿਰ ਵਿਚਰ ਕਰਕੇ ਵਿਛੜ ਕਿਉਂ ਰੋਵਨ। ਉਹ ਵਿਚਰ ਕੇ ਕਾਹਨੂੰ ਰੋਵੇ? ਦੁਨੀਆ ਤਾਂ ਮਾਰ ਮਾਰ ਕੇ ਰੋਂਦੀ ਹੈ। ਜੇ ਕਹੀਏ ਵੀ ਪੁੱਤਰ ਕੋਈ ਆਪ ਪੈਦਾ ਕਰ ਲੂ, ਬੱਚਾ ਆਪ ਲੈ ਲੂ, ਤੇ ਜਦੋਂ ਮਰ ਜਾਂਦਾ ਫਿਰ ਕਿਉਂ ਰੋਂਦੇ? ਵਿਛੜ ਕਿਉਂ ਰੋਵਨ। ਪਦਾਰਥ ਕੋਈ ਵੀ ਵਸਤੂ ਇਹ ਆਪਣੀ ਵਾਹਿਗੁਰੂ ਦੀਆਂ ਦਾਤਾਂ ਹਨ। ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ। ਇਹ ਐਸਾ ਪਰਮੇਸ਼ਰ ਹੀ ਹੈ, ਉਹਦੀਆਂ ਦਾਤਾਂ ਹਨ ਸਾਰੀਆਂ। ਸਾਧੂ ਸੰਗ ਪ੍ਰਾਪਤੇ, ਸਾਧੂਆਂ ਦੀ ਸੰਗਤ ਵਿੱਚ। ਸਾਧੂ ਕੌਣ? ਸਾਧ ਨਾਮ ਨਿਰਮਲਤਾ ਕੇ ਕਰ। ਸਾਧੂ ਐਸੇ ਮਹਾਪੁਰਸ਼ਾਂ ਨੇ ਜਿਨ੍ਹਾਂ ਦੇ ਨਿਰਮਲ ਕਰਮ ਹਨ। ਉਹਨਾਂ ਦੀ ਸੰਗਤ ਦੇ ਵਿੱਚ ਸਾਧੂ ਸੰਗ ਪ੍ਰਾਪਤੀ, ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ।
ਤੇ ਜਦੋਂ ਉਹਦੀ ਪ੍ਰਾਪਤੀ ਹੁੰਦੀ ਹੈ ਨਾਨਕ ਰੰਗ, ਨਾਨਕ ਰੰਗ ਮਾਣਨ। ਉਹ ਫਿਰ ਵਾਹਿਗੁਰੂ ਦੇ ਭਗਤੀ ਦੇ ਰੰਗ ਨੂੰ ਮਾਣਦੇ ਆ ਭਾਈ, ਆਨੰਦ ਮਾਣਦੇ ਹਨ। ਹਰ ਜੇਠ ਰੰਗੀਲਾ ਤਿਸ ਧਣੀ। ਹੁਣ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦਾ ਮਨੁੱਖਾ ਸਰੂਪ ਰੂਪ ਜੇਠ ਦਾ ਮਹੀਨਾ ਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਹਰ ਜੇਠ ਰੰਗੀਲਾ, ਉਹ ਆਨੰਦਤਾਈ ਵਾਲਾ ਹੋ ਗਿਆ, ਭਗਤੀ ਦੇ ਆਨੰਦ ਦੇ ਸਹਿਤ ਹੋ ਗਏ। ਜਿਸ ਕੈ ਭਾਗ ਮਥਨ। ਜਿਨ੍ਹਾਂ ਦੇ ਭਾਗ ਮਥਨ ਦਾ ਅਰਥ ਹੈ ਮੱਥੇ ਦੇ ਭਾਗ, ਜਿਨ੍ਹਾਂ ਮਸਤਕ ਤੁਰ ਹਰ ਲਿਖਿਆ, ਜਿਨ੍ਹਾਂ ਸਤਿਗੁਰ ਮਿਲਿਆ ਰਾਮਦਾਸ। ਇਹ ਮੱਥੇ ਦੇ ਚੰਗੇ ਭਾਗ ਹੋਣ ਭਾਈ, ਸੰਗਤ ਵੀ ਤਾਂ ਪ੍ਰਾਪਤ ਹੁੰਦੀ ਹੈ। ਬਟ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਇਸ ਕਰਕੇ ਜਿਸ ਕੇ ਭਾਗ ਮਤਾਂ, ਜਿਹਦੇ ਬਹੁਤ ਵੱਡੇ ਭਾਗ ਹਨ, ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਮਨੁੱਖਾ ਸਿਰੀ ਰੂਪੀ ਜੇਠ ਦੇ ਮਹੀਨੇ ਵਿੱਚ ਔਰ ਪ੍ਰਤੱਖ ਜੇਠ ਦੇ ਮਹੀਨੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਰੂਪ ਆਨੰਦ, ਉਹਦੀ ਭਗਤੀ ਦਾ ਆਨੰਦ ਪ੍ਰਾਪਤ ਹੁੰਦਾ ਹੈ। ਤੋ ਦੂਸਰਾ ਜਿਹੜਾ ਪਹਿਲਾ ਅਰਥ ਕਰਿਆ ਸੀ, ਕੋਈ ਬਾਦ ਚੱਲਣਾ, ਹਰ ਜੇਠ, ਜੇਠ ਨਾਮ ਵੱਡੇ ਦਾ, ਤੇ ਹਰੀ ਪਰਮੇਸ਼ਰ ਹੀ ਸਾਰਿਆਂ ਤੋਂ ਵੱਡਾ, ਉਦੋਂ ਵੱਡਾ ਕੋਈ ਵੀ ਨਹੀਂ। ਤੇ ਉਹਦੇ ਨਾਲ ਜੁੜਨਾ ਬਣਦਾ ਹੈ। ਉਹਦੇ ਨਾਲ ਜੁੜ ਕੇ ਕੀ ਪ੍ਰਾਪਤ ਹੋਏਗਾ? ਰਿਜ਼ਲਟ ਕਾਹਦਾ? ਰੰਗੀਲਾ ਆਨੰਦ ਆਏਗਾ ਉਹਦੇ ਨਾਲ ਜੁੜ ਕੇ। ਬਾਕੀ ਸਾਰੇ ਪਦਾਰਥਾਂ 'ਚ ਕਮ ਹੈ, ਇੱਕ ਵਾਹਿਗੁਰੂ ਦੀ ਭਗਤੀ ਦੇ ਵਿੱਚ ਭਗਤੀ ਦਾ ਆਨੰਦ ਹੈ, ਰਸ ਹੈ। ਸੋ ਅੱਜ ਸਾਡੀ ਜਿਹੜੀ ਵਾਰ ਕਥਾ ਇਸ ਕਰਕੇ ਨਹੀਂ ਕੀਤੀ ਕਿਉਂਕਿ ਸੰਗਰਾਂਦ ਦਾ ਦਿਹਾੜਾ ਸੀ। ਸੰਗਰਾਂਦ ਦੇ ਦਿਹਾੜੇ ਸ਼ਬਦ ਦਾ ਚਾਹੇ ਸੰਖੇਪ ਤੋਂ ਸੰਖੇਪ ਰੂਪ ਹੀ ਵਰਨ ਹੋਇਆ। ਗੁਰੂ ਕਿਰਪਾ ਕਰੇ, ਸਮਾਂ ਆਪਣਾ ਅਸਾਂ ਤੁਸਾਂ ਸਾਰਿਆਂ ਦਾ ਲੇਖੇ ਲਗੇ। ਕਥਾ ਦੀ ਮਰਿਆਦਾ ਅਨੁਸਾਰ ਭਾਈ ਸਾਹਿਬ ਦੀ ਅਖੀਰਲੀ ਤੋਂ ਬੋਲਣਗੇ, ਉਸ ਤੋਂ ਬਾਅਦ ਕਥਾ ਦੀ ਸਮਾਪਤੀ ਦਾ ਮੰਗਲ ਹੋਏਗਾ। ਬਾਅਦ ਵਿੱਚ ਅਗਲਾ ਪ੍ਰੋਗਰਾਮ ਸਾਧ ਜੀ ਜੋ ਆਪ ਜੀ ਨੂੰ ਪਤਾ ਹੀ ਹੈ, ਫਿਰ ਵੀ ਸਟੇਜ ਤੇ ਕੋਈ ਗੁਰਮੁਖਾਂ ਨੇ ਦੱਸਣਾ ਹੋਏਗਾ, ਭਾਈ ਸਾਹਿਬ ਜੀ ਦੱਸਣਗੇ। ਨਹੀਂ, ਸੰਗਤੀ ਰੂਪ ਦੇ ਅੰਦਰ ਜੋ ਬਾਣੀ ਦਾ ਆਨੰਦ ਲਿਆ ਜਾਂਦਾ ਹੈ, ਬਹੁਤ ਭਾਗਾਂ ਵਾਲਿਓ, ਬੜਾ ਆਨੰਦ ਵਰਦਾ ਹੈ। ਹਰ ਹਫ਼ਤੇ ਵੀ ਵਰਦਾ ਹੈ, ਹਰ ਮਹੀਨੇ ਵੀ ਵਰਦਾ ਹੈ, ਸਾਲ ਦੇ 40 ਦਿਨ ਵੀ ਵਰਦਾ ਹੈ। ਗੁਰੂ ਕਿਰਪਾ ਕਰੇ। ਰੰਗ ਲਾਗਤ 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 ਹੈ, ਉਹ ਭਾਗਤ 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 ਹੈ। ਆਓ ਇੱਥੇ ਸਮਾਪਤ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ।